प्रेज़ द लॉर्ड, जय मसीह दी, शालोम, गुड ईवनिंग, गुड मॉर्निंग, गुड आफ्टरनून। तुहाडी सारिਆਂ ਦੀ ਖਿਦਮਤ 'ਚ ਸਲਾਮ ਅਰਜ਼ ਕਰਨਾ। ਔਰ ਜਿੰਨੇ ਵੀ ਇਸ ਵਕਤ ਮੈਨੂੰ ਹੈਵਨਸ ਟੀਵੀ ਤੇ ਇਸ ਵਕਤ ਵੇਖਦੇ ਨੇ, ਮੈਂ ਤੁਹਾਡੀ ਸਾਰਿਆਂ ਦੀ ਸਲਾਮਤੀ ਚਾਹੁੰਦਾ ਔਰ ਤੁਹਾਨੂੰ ਇੱਕ ਬੜੀ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਯਿਸੂ ਮਸੀਹ ਦੁਨੀਆ ਦੀ ਇੰਤਹਾ ਤੱਕ ਤੁਹਾਡੇ ਨਾਲ ਹੈ। ਔਰ ਖੁਸ਼ਖਬਰੀ ਇਹ ਆ ਕਿ ਤੁਸੀਂ ਆਪਣੇ ਨਾਲ ਮਹਿਸੂਸ ਕਰੋ ਯਿਸੂ ਮਸੀਹ ਤੁਹਾਡੇ ਨਾਲ ਨੇ, ਤੁਹਾਡੇ ਨਾਲ ਰਹਿੰਦੇ ਨੇ। ਤੁਹਾਡੀਆਂ ਗੱਲਾਂ ਨੂੰ, ਆਵਾਜ਼ਾਂ ਨੂੰ, ਤੁਹਾਡੀਆਂ ਮੁਨਾਜਾਤਾਂ, ਦਰਖਾਸਤਾਂ ਨੂੰ ਜਿਹੜੀਆਂ ਤੁਸੀਂ ਰੋਜ਼ ਉਹਦੇ ਹਜ਼ੂਰ ਪੇਸ਼ ਕਰਦੇ ਹੋ, ਉਹ ਸੁਣਦਾ ਤੇ ਜਵਾਬ ਦਿੰਦਾ ਹੈ। खुदा ऐसा कुदरत वाला खुदा है। यसु मसीह खुदा ताला ਜਿਹੜੇ ਕਲਾਮੇ ਮੁਕੱਦਸ ਦੇ ਵਿੱਚ ਫਰਮਾਉਂਦੇ ਨੇ ਕਿ ਮੈਂ ਤੁਹਾਡੀਆਂ ਸ਼ਕਲਾਂ ਜਿਹੜੀਆਂ ਆਪਣੀ ਹਥੇਲੀ 'ਤੇ ਖੋਦ ਰੱਖੀਆਂ ਨੇ। ਇਸ ਗੱਲ 'ਤੇ ਅਟਲ ਯਕੀਨ ਰੱਖਣਾ ਬੜੀ ਵੱਡੀ ਗੱਲ ਹੈ। ਇਸ ਗੱਲ ਨੂੰ ਆਪਣੇ ਦਿਲ 'ਚ, ਈਮਾਨ 'ਚ, ਆਪਣੇ ਲਫ਼ਜ਼ਾਂ 'ਚ, ਆਪਣੀ ਜ਼ਿੰਦਗੀ ਦੀ ਉਹ ਸਾਰੀ ਤਰਤੀਬ 'ਚ ਜਿਹਦੇ 'ਚ ਤੁਸੀਂ ਰਹਿੰਦੇ ਹੋ, ਆਦਤਾਂ, ਫਿਤਰਤੀ ਆਦਤਾਂ ਜਿਹੜੀਆਂ ਨੇ, ਫਿਤਰਤਨ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਅਮਲ ਰੱਖਦੀਆਂ ਜਾਂ ਗੱਲਾਂ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਰਹਿ ਕੇ ਇਸ ਦੁਨੀਆ ਦੇ, ਇਸ ਮੁਆਸ਼ਰੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਅਪਣਾਉਂਦੇ ਹੋ ਜਾਂ ਪੈਦਾਇਸ਼ੀ ਤੌਰ 'ਤੇ ਤੁਹਾਡੇ ਨਾਲ ਚੱਲ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਰਹਿ ਕੇ ਇੱਕ ਐਸੀ ਸ਼ਖਸੀਅਤ ਨੂੰ ਜਿਹੜਾ ਪੁਸ਼ੀਦਗੀ ਹੈ, ਉਹਨੂੰ ਮਹਿਸੂਸ ਕਰਨਾ ਇੱਕ ਬਹੁਤ ਵੱਡਾ ਅਮਲ ਹੈ ਔਰ ਇਹ ਬਹੁਤ ਵੱਡੀ ਗੱਲ ਹੈ। ਅਤੇ ਮੈਂ ਅੱਜ ਇਸ ਗੱਲ ਦੀ ਤੁਹਾਨੂੰ ਗੁੱਡ ਨਿਊਜ਼ ਦੇਣਾ ਕਿ ਯਿਸੂ ਮਸੀਹ ਜਿਹੜੇ ਕਲਾਮੇ ਮੁਕੱਦਸ ਜਿਹੜਾ ਜ਼ਿੰਦਾ ਹੈ, ਉਹ ਇਹ ਆਂਦਾ ਹੈ ਕਿ ਉਹ ਦੁਨੀਆ ਦੇ ਆਖਿਰ ਤੱਕ ਹਮੇਸ਼ਾ ਤੁਹਾਡੇ ਨਾਲ, ਯਾਨੀ ਜਿੰਨੀ ਦੇਰ ਤੱਕ ਤੁਸੀਂ ਜ਼ਿੰਦਾ ਹੋ, ਤੁਹਾਡੇ ਲਈ ਜ਼ਮੀਨ ਜਿਹੜੀ ਹੈ ਉਹ, ਜਿੰਨੀ ਦੇਰ ਤੱਕ ਤੁਸੀਂ ਜ਼ਮੀਨ ਦੀ ਇੰਤਹਾ ਤੱਕ, ਯਾਨੀ ਤੁਹਾਡੀ ਜ਼ਿੰਦਗੀ ਦੀ ਇੰਤਹਾ ਵਾ, ਯਾਨੀ ਜਿਸਮ ਦੇ ਵਿੱਚ ਜਿਹਦੇ 'ਚ ਤੁਸੀਂ ਮੌਜੂਦ ਹੋ, ਅਗਰ ਇਹਦੇ ਵਿੱਚ ਰਹਿੰਦੇ ਹੋਏ ਖੁਦਾ ਤੁਹਾਡੀਆਂ ਆਵਾਜ਼ਾਂ, ਗੱਲਾਂ ਨੂੰ ਸੁਣਦਾ ਹੈ ਅਤੇ ਇਸ ਗੱਲ ਨੂੰ ਯਕੀਨ 'ਚ ਸ਼ਾਮਿਲ ਕਰਨਾ ਸਭ ਤੋਂ ਬੜੀ ਇਬਾਦਤ ਹੈ। ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰਨਾ, ਇਸ ਤੋਂ ਵੱਡੀ ਤਾਂ ਦੁਆ ਹੀ ਕੋਈ ਨਹੀਂ ਹੈ, ਇਸ ਤੋਂ ਵੱਡੀ ਇਬਾਦਤ ਕੋਈ ਨਹੀਂ ਹੈ। ਅਤੇ ਇਸ ਲਈ ਸਾਨੂੰ ਉਹਨਾਂ ਸਾਰੀਆਂ ਗੱਲਾਂ ਨੂੰ ਔਰ ਦੁਆ ਨੂੰ ਦੁਆ ਬਣਾਉਣਾ, ਇਬਾਦਤ ਨੂੰ ਇਬਾਦਤ ਬਣਾਉਣਾ ਬੜਾ ਜ਼ਰੂਰੀ ਹੈ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਹੈਵਨਸ ਟੀਵੀ ਦੇ ਇਸ ਪ੍ਰੋਗਰਾਮ ਦੇ ਵਿੱਚ, ਜ਼ਿੰਦਗੀ ਦੀਆਂ ਗੱਲਾਂ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ, ਲੇਕਿਨ ਇਹਦੇ ਨਾਲ ਨਾਲ ਜਿੰਨੀਆਂ ਵੀ ਇਬਾਦਤ ਪਾਕਿਸਤਾਨ ਦੇ ਵਿੱਚ ਹੋ ਰਹੀਆਂ, ਸਾਡੀ ਬੁੱਧ ਮੀਟਿੰਗ ਹੁੰਦੀ ਹੈ, ਬੁੱਧ ਦੀ ਇਬਾਦਤ ਹੁੰਦੀ ਹੈ। ਬੁੱਧ ਦੀ ਇਬਾਦਤ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਬਦਰੂ ਗ੍ਰਿਫਤਾਂ ਨੇ, ਮੁਸੀਬਤ ज़दा ਨੇ, ਪਰੇਸ਼ਾਨੀਆਂ ਨੇ। ਔਰ ਅਗਰ ਹੋ ਸਕੇ ਤਾਂ ਇੱਕ ਦਫਾ ਜ਼ਰੂਰ ਬੁੱਧ ਦੀ ਇਸ ਇਬਾਦਤ ਨੂੰ, ਜਿਹੜੀ 26M ਬਹਾਵਲਪੁਰ ਦੇ ਕਰੀਬ, ਲੋਧਰਾਂ ਤੋਂ ਦੇ ਕਰੀਬ, ਦੁਨੀਆਪੁਰ 26 ਚੱਕ ਦੇ ਵਿੱਚ ਹੋ ਰਹੀ, ਅਗਰ ਹੋ ਸਕੇ ਤਾਂ ਤੁਸੀਂ ਇੱਕ ਦਫਾ ਜ਼ਰੂਰ ਆਓ। ਮੈਂ ਸ਼ਾਂਤੀ ਨਗਰ ਦੀ ਸਾਰੀ ਕਲੀਸੀਆ ਨੂੰ, ਖਾਨੇਵਾਲ ਦੀ ਸਾਰੀ ਕਲੀਸੀਆ ਨੂੰ, ਮੈਂ ਮੈਲਸੀ ਦੀ ਕਲੀਸੀਆ ਨੂੰ, ਦੁਨੀਆਪੁਰ ਦੀ ਕਲੀਸੀਆ ਨੂੰ, ਜਹਾਨੀਆਂ ਦੀ ਕਲੀਸੀਆ ਨੂੰ, ਮੁਲਤਾਨ ਦੀ ਕਲੀਸੀਆ ਨੂੰ, ਬਹਾਵਲਪੁਰ ਦੀ ਕਲੀਸੀਆ ਨੂੰ, ਬਲਕਿ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਲੋਕ ਨੇ ਮੈਨੂੰ ਵੇਖਣ ਰਹੇ ਨੇ, ਮੈਂ ਤੁਹਾਨੂੰ ਸਾਰਿਆਂ ਨੂੰ ਦਾਵਤ ਦੇਣਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਆਓ ਔਰ ਆ ਕੇ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਕਿ ਖੁਦਾ ਕਿਸ ਤਰ੍ਹਾਂ ਆਪਣਾ ਜਲਾਲ ਜ਼ਾਹਿਰ ਕਰਦਾ ਹੈ। ਬਦਰੂ ਗ੍ਰਿਫਤਾਂ ਆਜ਼ਾਦ ਹੋ ਰਹੇ ਨੇ, ਲੋਕ ਰੂਲ ਕੁਦਸ ਦੇ ਬਪਤਿਸਮੇ ਨਾਲ ਮਾਮੂਰ ਹੋ ਰਹੇ ਨੇ। ਸੋ ਇਸ ਲਈ ਹਰ ਚੀਜ਼ ਨੂੰ ਜਿਹੜਾ ਨਾ ਅਸੀਂ ਆਪਣੀ ਦੁਨਿਆਵੀ ਚੀਜ਼ਾਂ 'ਚ ਸ਼ਾਮਿਲ ਕਰ ਲੈਂਦੇ ਹਾਂ, ਲੇਕਿਨ ਅਸੀਂ ਰੂਹਾਨੀ ਤਰਤੀਬ 'ਚ ਆਉਣ ਲਈ ਆਪਣੇ ਆਪ ਨੂੰ ਕਦੀ ਪੇਸ਼ ਨਹੀਂ ਕਰਦੇ। ਮੈਂ ਦੁਨੀਆ 'ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਅਬਜ਼ਰਵ ਕੀਤਾ ਉਹ ਇਹ ਆ ਕਿ ਅਸੀਂ ਇਨਸਾਨ, ਜਿਹੜੇ ਇਨਸਾਨ ਹੋਣ ਦੇ ਨਾਤੇ, ਜਾਂ ਇਨਸਾਨ, ਅਸੀਂ ਜਿੰਨੇ ਵੀ ਇਨਸਾਨ ਆ, ਅਸੀਂ ਹਮੇਸ਼ਾ ਆਪਣੀ ਪ੍ਰੋਬਲਮ 'ਚ ਗਿਰੇ ਰਹਿੰਦੇ ਹਾਂ, ਲੇਕਿਨ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ। ਮੈਂ ਈਮਾਨ 'ਚ ਇਹ ਗੱਲ ਕਹਿਣ ਲੱਗਾ ਕਿ ਅਗਰ ਉਹਨਾਂ ਪ੍ਰੋਬਲਮਸ ਨੂੰ ਜਿਨ੍ਹਾਂ ਦਾ ਅਸੀਂ ਵਿਰਧ ਕਰਨੇ ਆ ਜਾਂ ਗੱਲਾਂ ਕਰਨੇ, ਜ਼ਿਕਰ ਕਰਨੇ, ਅਗਰ ਉਹਨਾਂ ਨੂੰ ਖੁਦਾ ਦੇ ਹਜ਼ੂਰ ਪੇਸ਼ ਕੀਤਾ ਜਾਏ, ਮਸਲਨ ਅੱਜ ਅਸੀਂ ਮੁਕੱਦਸ ਮੂਸਾ ਦੀ ਗੱਲ ਕਰਨੇ ਹਾਂ, ਅਤੇ ਮੁਕੱਦਸ ਮੂਸਾ ਨੂੰ ਇਹ ਗੱਲ ਪਤਾ ਸੀ ਕਿ ਮੈਂ ਜ਼ੁਬਾਨ ਤੋਂ ਪ੍ਰੋਪਰ ਬੋਲ ਨਹੀਂ ਸਕਦਾ, ਜਾਂ ਮੈਂ ਜ਼ੁਬਾਨ ਦਾ ਤੋਤਲਾ ਵਾਂ, ਜਾਂ ਫਿਰਾਉਨ ਨੂੰ ਮੇਰੀ ਗੱਲ ਦੀ ਸਮਝ ਨਹੀਂ ਆਏਗੀ। ਔਰ ਇਹ ਇਨਸਾਨ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਦੇ, ਤੁਸੀਂ ਤੁਹਾਡੇ ਅੰਦਰ ਕਿਸੇ ਚੀਜ਼ ਦੀ ਕਮੀ ਹੈ ਔਰ ਉਹ ਹਮੇਸ਼ਾ ਅਹਿਸਾਸੇ ਕਮਤਰੀ ਦੀ ਸ਼ਿਕਾਰ ਹੋਈ ਰਹਿੰਦੀ ਹੈ। ਸੋ ਇਸੇ ਤਰ੍ਹਾਂ ਮੁਕੱਦਸ ਮੂਸਾ ਦੇ ਅੰਦਰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਮੈਂ ਤੇ ਤੋਤਲਾ ਵਾਂ, ਮੈਂ ਕਿਸ ਤਰ੍ਹਾਂ ਮੇਰੀ ਜ਼ੁਬਾਨ ਨੂੰ, ਮੇਰੀਆਂ ਗੱਲਾਂ ਨੂੰ ਕਿਸ ਤਰ੍ਹਾਂ ਫਿਰਾਉਨ ਸਮਝ ਸਕਦਾ ਹੈ। ਫਿਰ ਖੁਦਾ ਤੁਹਾਡੇ ਨਾਲ ਮਦਦਗਾਰ ਖੜੇ ਕਰਦਾ ਹੈ ਔਰ ਖੁਦਾ ਨੇ ਮੁਕੱਦਸ ਮੂਸਾ ਦੇ ਨਾਲ ਉਹਦੇ ਭਰਾ ਹਾਰੂਨ ਨੂੰ ਖੜਾ ਕੀਤਾ, ਜਿਹੜਾ ਉਹਦਾ ਮਦਦਗਾਰ ਬਣਿਆ। ਔਰ ਫਿਰ ਇੱਕ ਉਸ ਤੋਂ ਵੱਡੀ ਗੱਲ ਇਹ ਸੀ ਕਿ ਮੁਕੱਦਸ ਮੂਸਾ ਜਿਹੜਾ ਉਹ ਆਪਣੇ ਆਪ ਨੂੰ ਕੋਏ ਸੀਨਾ 'ਤੇ ਪੇਸ਼ ਕਰਦਾ ਸੀ।
ਯਾਨੀ ਉਸ ਪਹਾੜ 'ਤੇ ਪੇਸ਼ ਕਰਦਾ ਸੀ। ਉਸ ਮੈਂ ਇਸ ਗੱਲ ਨੂੰ ਕਦੀ ਕਦੀ ਬੜਾ ਸੋਚਣਾ ਵਾਂ ਕਿ ਉਸ ਪਹਾੜ 'ਤੇ ਚੜ੍ਹਨਾ ਫਿਰ ਉਤਰਨਾ ਕਿੰਨੀ ਸਟਰਗਲ ਹੈ। ਗਰਮੀ ਵੀ ਹੋਏਗੀ, ਸਰਦੀ ਵੀ ਹੋਏਗੀ, ਮੌਸਮ ਦੇ ਕੀ ਹਾਲਾਤ ਹੋਣਗੇ। ਅਸੀਂ ਤਾਂ ਉੱਥੇ ਮੌਜੂਦ ਨਹੀਂ ਸਾਂ, ਲੇਕਿਨ ਅਗਰ ਉਸ ਸਕੈਚ ਨੂੰ, ਉਸ ਸਾਰੀ ਸਟੋਰੀ ਨੂੰ, ਉਹਨਾਂ ਸਾਰੀਆਂ ਗੱਲਾਂ ਨੂੰ ਅਗਰ ਅਸੀਂ ਉਹਦੇ 'ਤੇ ਗੌਰੋ ਫਿਕਰ ਕਰੀਏ, ਅਤੇ ਅਗਰ ਸਾਰੀਆਂ ਚੀਜ਼ਾਂ 'ਤੇ ਗੌਰੋ ਫਿਕਰ ਕਰੀਏ ਤਾਂ ਰੂਹ ਹਿਲਾ ਦੇਣ ਵਾਲੀਆਂ ਚੀਜ਼ਾਂ ਨੇ। ਇੰਨੇ ਲੋਕਾਂ ਨੂੰ ਕੱਢ ਕੇ ਲਿਆਉਣਾ, ਫਿਰ ਕੱਢ ਕੇ ਲਿਆ ਕੇ ਉਹਨਾਂ ਦੀ ਫਿਕਰ ਕਰਨਾ। ਇੱਥੇ 100 ਲੋਕ ਇਕੱਠੇ ਹੋ ਜਾਣ ਤੇ ਲੋਕ ਕੰਬਲੇ ਹੋ ਜਾਂਦੇ ਨੇ। 100, 200, 400, 500, 1000, 5000 ਤੱਕ ਲੋਕ ਇਕੱਠੇ ਹੋ ਜਾਣ ਤੇ ਲੋਕ ਕੰਬਲੇ ਹੋ ਜਾਂਦੇ ਨੇ। ਅਤੇ ਇੰਝ ਹੀ ਕੁਝ ਉਦੋਂ ਹੋਇਆ ਜਦੋਂ ਯਿਸੂ ਮਸੀਹ ਨੇ ਖਾਣਾ ਖਿਲਾਇਆ 5000 ਲੋਕਾਂ ਨੂੰ। ਅਤੇ ਉਹ ਜਦੋਂ 5000 ਲੋਕਾਂ ਨੂੰ ਖਾਣਾ ਖਿਲਾਇਆ ਅਤੇ ਜਿਹੜੇ ਸ਼ਾਗਿਰਦ ਸਨ ਉਹ ਹੈਰਾਨ ਹੋ ਗਏ, ਪਰੇਸ਼ਾਨ ਹੋ ਗਏ। ਉਹਨਾਂ ਕੋਲੋਂ ਯਾਨੀ ਉਹ ਕਲੀਸਿਆ 5000 ਲੋਕਾਂ ਦੀ ਬੱਚਿਆਂ ਅਤੇ ਔਰਤਾਂ ਨੂੰ ਛੱਡ ਕੇ, ਅਤੇ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਅਸੀਂ ਕੀ ਕਰੀਏ। ਉਹਨਾਂ ਨੇ ਫਿਰ ਯਿਸੂ ਮਸੀਹ ਨੂੰ ਆਖਿਆ ਕਿ ਯਿਸੂ ਇੱਥੇ ਤਾਂ ਹੁਣ ਲਾਗੇ ਹੋਟਲ ਵੀ ਕੋਈ ਨਹੀਂ, ਕੋਈ ਚੀਜ਼ ਨਹੀਂ ਜਿੱਥੇ ਲੋਕ ਖਾ ਸਕਣ, ਕੀ ਕਰੀਏ ਇਹਨਾਂ ਵਾਸਤੇ। ਫਿਰ ਯਿਸੂ ਮਸੀਹ ਨੇ ਉੱਥੇ ਇੰਤਜ਼ਾਮ ਕੀਤਾ। ਔਰ ਅੱਜ ਅਗਰ ਇਸ ਗੱਲ 'ਤੇ ਗੌਰੋ ਫਿਕਰ ਕਰੀਏ ਕਿ ਮੁਕੱਦਸ ਮੂਸਾ ਨੇ ਜਦੋਂ ਆਪਣੇ ਆਪ ਨੂੰ ਪੇਸ਼ ਕੀਤਾ ਔਰ ਇਸ ਗੱਲ ਦੀ ਗੌਰੋ ਫਿਕਰ ਨਹੀਂ ਕੀਤੀ ਕਿ ਲੋਕ ਕੀ ਕਰਨਗੇ, ਲੋਕ ਕੀ ਸੋਚਣਗੇ, ਕੀ ਹੋਏਗਾ, ਕਿਵੇਂ ਹੋਏਗਾ, ਇਹ ਮੇਰੇ ਪਿੱਛੋਂ ਲੜਨਗੇ, ਮਰਨਗੇ, ਇੱਕ ਦੂਸਰੇ ਨੂੰ ਗਾਲੀ ਗਲੋਚ ਕਰਨਗੇ। ਉਹਨੇ ਇਸ ਗੱਲ ਦੀ ਫਿਕਰ ਨਹੀਂ ਕੀਤੀ। ਉਹਨੇ ਆਪਣੇ ਆਪ ਨੂੰ ਅਲੱਗ ਕੀਤਾ, ਔਰ ਜਦੋਂ ਅਲੱਗ ਕੀਤਾ ਫਿਰ ਖੁਦਾ ਨੇ ਉਹਦੇ ਉੱਤੇ ਆਪਣਾ ਜਲਾਲ ਜ਼ਾਹਿਰ ਕੀਤਾ। ਇਹ ਗੱਲ ਯਾਦ ਰੱਖਣਾ, ਖੁਦਾ ਹਮੇਸ਼ਾ ਉਦੋਂ ਆਪਣਾ ਜਲਾਲ ਜ਼ਾਹਿਰ ਕਰਦਾ ਜਦੋਂ ਅਸੀਂ ਆਪਣੇ ਆਪ ਨੂੰ ਪੇਸ਼ ਕਰਨੇ ਆ। ਅਸੀਂ ਬਹੁਤ ਸਾਰੇ ਲੋਕ, ਖੁਦਾ ਦੇ ਖਾਦਮੀਨ ਲੋਕ, ਕਲੀਸਿਆਵਾਂ, ਅਸੀਂ ਖੁਦਾ ਨੂੰ ਕਹਿੰਦੇ ਖੁਦਾਇਆ ਆਪਣਾ ਜਲਾਲ ਜ਼ਾਹਿਰ ਕਰ। ਔਰ ਖੁਦਾ ਦਾ ਜਲਾਲ ਕਿਸੇ ਗੱਲ ਨਾਲ ਜ਼ਾਹਿਰ ਹੁੰਦਾ ਹੈ, ਔਰ ਗੱਲ ਨੂੰ ਗੱਲ ਬਣਾਉਣਾ ਬੜਾ ਜ਼ਰੂਰੀ ਹੈ। ਗੱਲ ਨੂੰ ਦੇਖੋ, ਬਾਈਬਲ ਮੁਕੱਦਸ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹਦੇ 'ਚ ਕੀ ਨੇ, ਇਹਦੇ 'ਚ ਗੱਲਾਂ ਲਿਖੀਆਂ ਨੇ, ਯਾਨੀ ਗੱਲਾਂ ਮਿਲੀਆਂ ਨੇ ਸਾਨੂੰ, ਔਰ ਗੱਲਾਂ ਦੇ ਵਿੱਚ ਸਾਨੂੰ ਖੁਦਾ ਨਜ਼ਰ ਆਉਂਦਾ ਹੈ। ਗੱਲਾਂ ਦੇ ਵਿੱਚ ਸਾਨੂੰ ਉਹਦੀ ਛਬੀ ਨਜ਼ਰ ਆਉਂਦੀ ਹੈ। ਗੱਲਾਂ ਦੇ ਵਿੱਚ ਸਾਨੂੰ ਖੁਦਾ ਦੀ ਜਿਹੜੀ ਰੂਹਾਨੀ ਤਰਤੀਬ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਸੋ ਇਸ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਪਏਗਾ ਅਤੇ ਅਪਣਾਉਣਾ ਪੈਣਾ। ਮੈਂ ਇਸ ਵਕਤ ਆਪਣੇ ਜਿਹੜੀ ਮੇਰੀ ਹਵੇਲੀ ਹੈ, ਮੈਂ ਉੱਥੇ ਬੈਠਾ ਆਪਣੇ ਜਿਹੜੀ ਆਪਣੀ ਟੀਮ ਦੇ ਹਮਰਾਹ ਆਇਆ ਸਾਂ ਇੱਥੇ, ਅਤੇ ਮੈਂ ਆ ਕੇ ਅਤੇ ਮੇਰੇ ਦਿਲ 'ਚ ਆਇਆ ਕਿ ਮੈਂ ਬੈਠੇ ਬੈਠੇ ਮੇਰੇ ਜ਼ਿਹਨ 'ਚ ਆਇਆ ਔਰ ਮੇਰੇ ਦਿਲ 'ਚ ਖੁਦਾ ਨੇ ਪਾਇਆ ਕਿ ਮੈਂ ਤੁਹਾਡੇ ਨਾਲ ਇਹ ਗੱਲਾਂ ਪੰਜਾਬੀ ਜ਼ਿੰਦਗੀ ਦੀਆਂ ਕਰ ਸਕਾਂ। ਔਰ ਮੇਰੇ ਲਈ ਬੜਾ ਅਹਿਮ ਹੈ ਕਿ ਅਸੀਂ ਇੱਕ ਦੂਸਰੇ ਨਾਲ ਜ਼ਿੰਦਗੀ ਦੀਆਂ ਗੱਲਾਂ ਕਰੀਏ। ਔਰ ਜ਼ਿੰਦਗੀ ਜਿਹੜਾ ਰੱਖਦਾ ਹੈ ਉਹ ਜ਼ਿੰਦਗੀ ਦੀਆਂ ਗੱਲਾਂ ਕਰਦਾ। ਯਿਸੂ ਮਸੀਹ ਨੇ ਆਖਿਆ ਜਿਹੜਾ ਮੇਰੇ 'ਤੇ ਈਮਾਨ ਰੱਖ ਲਿਆਂਦਾ ਹੈ ਜਾਂ ਮੇਰੇ ਮੂੰਹ ਦੀਆਂ ਗੱਲਾਂ 'ਤੇ ਅਮਲ ਕਰਦਾ ਉਹ ਕਦੀ ਨਹੀਂ ਮਰਦਾ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦਾ। ਔਰ ਹਮੇਸ਼ਾ ਦੀ ਜ਼ਿੰਦਗੀ ਕੀ ਹੈ? ਹਮੇਸ਼ਾ ਦੀ ਜ਼ਿੰਦਗੀ ਕੀ ਹੈ? ਅਗਰ ਤੁਸੀਂ ਯੋਹੰਨਾ ਦੀ ਅੰਜੀਲ ਉਹਦੇ 17ਵੇਂ ਬਾਬ ਨੂੰ ਪੜ੍ਹੋ ਤਾਂ ਉੱਥੇ ਬੜਾ ਵਾਜ਼ਿਹ ਤੌਰ 'ਤੇ ਲਿਖਿਆ ਹਮੇਸ਼ਾ ਦੀ ਜ਼ਿੰਦਗੀ ਕੀ ਹੈ। ਹਮੇਸ਼ਾ ਦੀ ਜ਼ਿੰਦਗੀ ਇਹ ਹੈ ਕਿ ਉਹ ਤੁਝ ਖੁਦਾਏ ਵਾਹਦ ਬਰਹਕ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਭੇਜਿਆ ਜਾਣਨ। ਯਿਸੂ ਮਸੀਹ ਜਿਹਨੂੰ ਤੂੰ ਭੇਜਿਆ ਉਹਨੂੰ ਜਾਣਨ, ਅਤੇ ਜਾਣਨਾ ਬੜਾ ਜ਼ਰੂਰੀ। ਅਤੇ ਯਿਸੂ ਮਸੀਹ ਆਪਣੇ ਕੌਲ ਕਲਾਮ 'ਚ ਸੱਚੇ ਨੇ। ਆਪਣੇ ਜਿਹੜੇ ਉਹਨਾਂ ਨੇ ਕੌਲ ਸਾਨੂੰ ਦਿੱਤੇ, ਕਲਾਮ ਦਿੱਤਾ, ਪੇਸ਼ ਕੀਤਾ, ਉਹਦੇ 'ਚ ਸੱਚੇ ਨੇ। ਸੋ ਇਸ ਲਈ ਅੱਜ ਮੇਰੇ ਅਜ਼ੀਜ਼ ਭੈਣੋ ਭਾਈਓ, ਆਪਣੀ ਜ਼ਿੰਦਗੀ 'ਤੇ ਗੌਰੋ ਫਿਕਰ ਕਰੀਏ, ਬੜਾ ਜ਼ਰੂਰੀ ਹੈ। ਮੈਂ ਹਮੇਸ਼ਾ ਜਿੰਦੋਂ ਦੇ ਵੀ ਸਾਡਾ ਹੈਵਨਸ TV ਚੱਲ ਰਿਹਾ ਜਾਂ ਸਾਡੇ ਪੰਜਾਬੀ ਜ਼ਿੰਦਗੀ ਦੀਆਂ ਗੱਲਾਂ ਦਾ ਪ੍ਰੋਗਰਾਮ ਚੱਲ ਰਿਹਾ ਜਾਂ ਮੇਰੇ ਸਰਮਨਸ ਜਿੰਨੇ ਵੀ ਤੁਸੀਂ ਸੁਣਦੇ ਹੋ, ਮੇਰਾ ਇੱਕ ਗੱਲ 'ਤੇ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਰਿਹਾ। ਉਹ ਜ਼ੋਰ ਕੀ ਰਿਹਾ? ਕਿ ਤੁਸੀਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਪੇਸ਼ ਕਰੋ, ਆਪਣੇ ਆਪ ਨੂੰ ਪੇਸ਼ ਕਰੋ। ਔਰ ਜਿੰਨਾ ਪੇਸ਼ ਕਰੋਗੇ, ਜਿੰਨਾ ਉਹਦੇ ਕੋਲ ਰੱਖੋਗੇ, ਤੁਹਾਡੀ ਲਾਈਫ 'ਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਣਗੀਆਂ, ਚੇਂਜ ਹੋਣੀਆਂ ਚਾਹੀਦੀਆਂ। ਜਿੱਦਾਂ ਮੁਕੱਦਸ ਮੂਸਾ ਦੀ ਲਾਈਫ ਚੇਂਜ ਹੋਈ, ਜਿਸ ਤਰ੍ਹਾਂ ਇਬਰਾਹਾਮ ਦੀ ਲਾਈਫ ਚੇਂਜ ਹੋਈ, ਇਬਰਾਹਿਮ ਤੋਂ ਇਬਰਾਹਾਮ ਬਣਿਆ, ਇਸ ਲਈ ਸਾਊਲ ਤੋਂ ਪੌਲੁਸ ਬਣਿਆ। ਜਿਸ ਤਰ੍ਹਾਂ ਸ਼ਮੌਨ ਜਿਹੜਾ ਸੀ ਮੱਛੀਆਂ ਫੜਨ ਵਾਲਾ, ਜਿਹੜਾ ਪਹਿਲੋਠਾ ਸ਼ਾਗਿਰਦ ਸੀ ਜੀਸਸ ਕ੍ਰਾਈਸਟ ਦਾ, ਉਹ ਸ਼ਮੌਨ ਤੋਂ ਪਤਰਸ ਬਣਿਆ। ਹਰ ਬੰਦੇ ਦੀ ਲਾਈਫ ਦਾ ਬਦਲਣਾ ਬੜਾ ਜ਼ਰੂਰੀ ਹੈ, ਔਰ ਲਾਈਫ ਖੁਦਾ ਬਦਲਦਾ ਹੈ ਜਦੋਂ ਅਸੀਂ ਪੇਸ਼ ਕਰਨੇ ਆ। ਦੇਖੋ, ਜਦੋਂ ਮੁਕੱਦਸ ਸ਼ਮੌਨ ਦੀ ਲਾਈਫ ਪਤਰਸ 'ਚ ਚੇਂਜ ਹੋਈ ਅਤੇ ਹੋਇਆ ਕੀ, ਜ਼ਰਾ ਇਸ ਗੱਲ 'ਤੇ ਵੀ ਜ਼ਰਾ ਗੌਰੋ ਫਿਕਰ ਕਰੀਏ। ਉਹ ਜਾਲ ਧੋਣ ਡਏ ਸਨ, ਜਾਲ ਧੋਣ ਡਏ ਸਨ, ਅਤੇ ਕਲਾਮ 'ਚ ਲਿਖਿਆ ਸਾਰੀ ਰਾਤ ਉਹਨਾਂ ਨੇ ਮਿਹਨਤ ਕੀਤੀ, ਲੇਕਿਨ ਫਿਰ ਅਗਲੀ ਗੱਲ ਲਿਖੀ ਕਿ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ। ਸਾਰੀ ਰਾਤ ਮਿਹਨਤ ਕੀਤੀ ਪਰ ਹਾਸਲ ਕੁਝ ਨਹੀਂ ਹੋਇਆ। ਹੁਣ ਇਹ ਬੜੀ ਗਹਿਰੀ ਗੱਲ ਹੈ, ਇਸ ਗੱਲ 'ਤੇ ਬੜੀ ਗੌਰੋ ਫਿਕਰ ਕਰਨੀ ਪੈਣੀ ਹੈ। ਅਸੀਂ ਸਾਰੀ ਰਾਤ ਮਿਹਨਤ ਕਰਦੇ ਰਹੀਏ, ਦੁਆ ਕਰਦੇ ਰਹੀਏ, ਨੇਕੀਆਂ ਕਰਦੇ ਰਹੀਏ, ਹਦੀਏ ਦਿੰਦੇ ਰਹੀਏ, ਦਹਿ ਯਕੀਆਂ ਦਿੰਦੇ ਰਹੀਏ, ਲੇਕਿਨ ਜੀਸਸ ਨਾਲ ਲਾਈਫ 'ਚ ਹੋਣ
तो फिर तो कोई फ़ायदा नहीं है ना, फिर कोई फ़ायदा नहीं है, फिर कोई फ़ायदा नहीं है सानू ਜਿਹੜਾ ਉਹ ਆਪਣੀ ਉਹਨਾਂ ਚੀਜ਼ਾਂ ਦਾ ਜਿਹੜਾ ਅਸੀਂ ਫਿਰ ਜੀਸਸ ਨੂੰ ਨਹੀਂ ਬਲਕਿ ਆਪਣੇ ਵਕਤ ਦਾ ਜ਼ਿਆ ਕਰ ਰਹੇ। ਸਾਰੀ ਰਾਤ ਮਿਹਨਤ ਕੀਤੀ, ਇਹੀ ਲਿਖਿਆ ਨਾ, ਅਗਰ ਤੁਸੀਂ ਗੌਰੋ ਫਿਕਰ ਨਾਲ ਪੜ੍ਹੋ ਤੇ ਉੱਥੇ ਲਿਖਿਆ ਸਾਰੀ ਰਾਤ ਮਿਹਨਤ ਕੀਤੀ ਲੇਕਿਨ ਕਲਾਮ 'ਚ ਲਿਖਿਆ ਕੁਝ ਹਾਸਲ ਨਹੀਂ ਹੋਇਆ। ਲੇਕਿਨ ਫਿਰ ਜਦੋਂ ਹਾਸਲ ਹੋਣ ਲੱਗਾ ਫਿਰ ਜੀਸਸ ਕ੍ਰਾਈਸਟ ਆਏ ਤੇ ਸਭ ਤੋਂ ਪਹਿਲੇ ਕਲਾਮ ਕੀਤਾ। ਦੇਖੋ ਹਰ ਗੱਲ ਨੂੰ ਸਮਝਣਾ ਪਏਗਾ। ਬਾਈਬਲ 'ਚ ਲਿਖਿਆ ਉਹਨਾਂ ਨੇ ਜਿਹੜਾ ਨਾ ਉਹ ਸਾਰੀ ਰਾਤ ਮਿਹਨਤ ਕੀਤੀ, ਫਿਰ ਜੀਸਸ ਕ੍ਰਾਈਸਟ ਜਦੋਂ ਸੁਬਾਹ ਆਏ ਤੇ ਜਦੋਂ ਸੁਬਾਹ ਆਏ देखो सारी रात मेहनत की थी, हासिल कुछ नहीं होया, लेकिन जीसस क्राइस्ट सुबह आए। जो सुबह आए, सुबह आके उन्होंने की किया, उन्होंने कहा पतरस क्या मैं तेरी कश्ती च सवार हो सकना। लेकिन जो कश्ती च सवार होए फिर अगला प्रोसेस शुरू होया, सैकेंड प्रोसेस शुरू होया। सैकेंड प्रोसेस की सी? सैकेंड प्रोसेस है सी उन्होंने आख्या, उन्होंने कलाम सुनाया, लोगों को कलाम सुनाया, लोग इकट्ठे हो गए, भीड़ लग गई, लोग इकट्ठे हो गए, उन्हें कलाम सुनाया। और कलाम सुनाने तो बाद उन्होंने फिर पतरस नाल गल की कि शमौन पतरस अगर चल कश्ती गहरे च लै चल। हुण कलाम सुनन तो बाद भी शक आ रहा है कि सारी रात मेहनत की उस्ताद कुछ भी हासिल नहीं होया, लेकिन यीशु मसीह ने आइज़ दे नाल उहदी आइज़ च देखा, अखां तो अखां नाल वेख्या, फिर अखां दे जरिए कनैक्शन नाजिल होया, कनैक्शन एंटर होया। और जो कनैक्शन एंटर होया फिर उन्हें गौरो फिक्र की, हाँ मैनू कश्ती गहरे च खड़नी चाहिए, मैनू जिंदगी गहरे च खड़नी चाहिए। तो जो कश्ती गहरे च खड़ी तो जो गहरे च गई यानी समंदर दे दरिया दे अगे गई, उस हिस्से च गई जिथे बहुत सारिया मच्छियाँ सन। और कलाम च ये गल लिखी कि फिर बहुत सारिया कश्तियाँ जमा हुई, बहुत सारिया मच्छियाँ जमा हुई, बहुत सारी एडियां मच्छियाँ जमा हुई कि जड़ी कश्ती वो डुबन लग गई। फिर पतरस ने आवाज़ दी याकूब नूं कि याकूब साड़ी हैल्प कर, साड़ी मदद कर, ताकि मच्छियाँ बहुत ज़्यादा हो गई ने तो साड़ी कश्ती डुबन लग गई। तो याकूब अगों आएगा आखन लगा कि पतरस साढ़े कोल ते अपने को साढ़े जाल फटन लग गए ने, असी की करिए। तो जदों फिर ध्यान फिर तो जीसस क्राइस्ट अल गया पतरस का, उन्हें अखां चुक के जदों यसु मसीह अल देखा तो फिर कनैक्शनस आइज़ दा होया, अखां दा होया। तो जदों कनैक्शन होया फिर कुदरत है एक दफ़ा फिर एंटर हुई। तो कलाम च ये गल लिखी है कि पतरस रोन लग पिया और उन्हें कहा उस्ताद मैं बड़ा गुनाहगार हाँ, मेरे को टुर जा। उन्हें कहा फिर जीसस क्राइस्ट ने आख्या कि पतरस घबरा ना, तू अज तो माहीगीर नहीं तू आदमगीर होएगा। इस गल नूं समझना पेगा, इस गल नूं समझना तो गौरो फिक्र करना पेगा। अज साडे लई बड़ी जरूरी है, यीशु मसीह बदलना चाहते हैं, सानू अज बड़ियां चीज़ां नूं समझना पेगा। साडी अज बहुत सारियां चीज़ां नूं समझना पेगा जिन्हां नूं समझ के सानू समझ, देखो दो चीज़ां ने, समझ दे नाल सानू अमल भी चाहिए, समझ दे नाल सानू अमल भी चाहिए। जे समझ कल्ली होवे समझ लिया काफ़ी है, अमल च भी तो लियाना पैना ना। समझ मैं गल समझ के क्या रस्ता इधर जा रहा है, मैनू समझ आ गई है क्या रस्ता इधर जा रहा है, हाँ मैनू समझ आ रही है। मैनू कोई एड्रैस समझाए कि मैं लाहौर जाना है, मैं कराची जाना है, मैं मुल्तान जाना है या मैं बहावलपुर जाना है, तो मैनू रस्ते की तो समझ आ गई, मैनू समझा दिता गया। लेकिन अमल तो उत्थे पहुँच के ही होना ना कि मतलब हाँ ये अमली जामा पहनाया, मैं वो फलां रस्ते तो गुजर के फलां रस्ते तो गुजर के फलां रस्ते तो गुजर के फलानी इंटरचेंज तो गुजर के मैं इत्थे तक पहुँचा। सो कल्ली समझ दे नाल गल नहीं चलेगी, समझ दे नाल अमल दे नाल गल चलेगी। अमल दा होना जरूरी, ईमान दे नाल अमाल जड़े ने वो बड़े जरूरी ने। इस लई जदों मुकद्दस मूसा, मरकस, लूका, यूहन्ना तो बाद फिर रसूलां दे अमाल शुरू होए, अमाल दी किताब, अमलां दी किताब, उत्थे रसूलां दे अमल दिखाए गए। किस तरह पतरस और शागिर्द जड़े यसू दे शागिर्द सन फड़े जाते हैं, उन्होंने जेल च डाल दिता जाता, किस तरह हमदो सना करते, किस तरह रूल कुछ नाजिल होंदा, किस तरह 120 की जमात लगती है। इन्हां चीज़ां नूं समझना पेगा। मुकद्दस मूसा दा अपने आप नूं अलग करना समझना पेगा, अपने आप नूं अलग कीता, पहाड़ ते चढ़ना, पहाड़ तो उतरना, 40 दिन उत्ते रहना, भुखे अपने आप नूं जड़ा वो खुदा दे हजूर रखना। लेकिन मैं तुहानूं एक गल दसदा, कलाम भुखिया नहीं रहन दिंदा, कलाम हमेशा रजा के रखदा जे, याद रखना कलाम हमेशा रजा के रखदा, कलाम कदी भी भुखिया रहन नहीं जे दिंदा। अज मेरी गल पल्ले ना बन लो, अज मेरियां गल्लां जिंदगी दीयां गल्लां तुहानूं बहुत सारे खादम, तुहाडे चर्चां दे लीडर्स, तुहाडे पासबान किसी गल दी कसर नहीं छड्डदे होणगे। लेकिन मेरी हंबल रिक्वेस्ट है
ਉਹ ਤੁਹਾਨੂੰ ਸਮਝਾਉਣ 'ਚ ਕੋਈ ਕਸਰ ਨਹੀਂ ਛੱਡਦੇ ਹੋਣਗੇ, ਬਾਈਬਲ ਦੇ ਵਿੱਚੋਂ ਕੋਈ ਕਸਰ ਨਹੀਂ ਛੱਡਦੇ ਹੋਣਗੇ, ਹਰ ਇੱਕ ਅਲੱਗ-ਅਲੱਗ ਟੌਪਿਕ ਦੇ ਨਾਲ ਤੁਹਾਨੂੰ ਸਮਝਾਉਂਦੇ ਹੋਣਗੇ। ਲੇਕਿਨ ਅੱਜ ਇਸ ਗੱਲ ਨੂੰ ਸਮਝਣਾ ਪਏਗਾ ਕਿ ਮੈਨੂੰ ਅਗਰ ਮੇਰਾ ਲੀਡਰ, ਮੇਰਾ ਚਰਚ ਦਾ ਪਾਸਬਾਨ, ਮੇਰਾ ਚਰਵਾਹਾ, ਮੇਰਾ ਜਿਹੜਾ ਸਭ ਤੋਂ ਬੜੀ ਗੱਲ ਮੇਰਾ ਗੁੱਡ ਸ਼ੈਫਰਡ ਜੀਸਸ ਕ੍ਰਾਈਸਟ ਮੈਨੂੰ ਸਮਝਾ ਰਹੇ ਆ, ਅਤੇ ਮੈਨੂੰ ਉਹਨਾਂ ਗੱਲਾਂ ਨੂੰ ਸਮਝਣਾ ਪਏਗਾ ਔਰ ਸੈਕਿੰਡ ਪ੍ਰੋਸੈਸ ਮੈਨੂੰ ਅਮਲਾਂ 'ਚ ਲਿਆਉਣਾ ਪਏਗਾ ਉਹਨਾਂ ਚੀਜ਼ਾਂ ਨੂੰ। ਸੋ ਅੱਜ ਜਿੰਨੇ ਵੀ ਹੈਮਨਸ ਟੀਵੀ ਦੇ ਇਸ ਪ੍ਰੋਗਰਾਮ, ਹੈਮਨਸ ਟੀਵੀ 'ਤੇ ਬਹੁਤ ਸਾਰੇ ਪ੍ਰੋਗਰਾਮਸ ਨੂੰ ਦੇਖਦੇ, ਉਹਨਾਂ 'ਤੇ ਆ ਜ਼ਿੰਦਗੀ ਦੀਆਂ ਗੱਲਾਂ ਪ੍ਰੋਗਰਾਮ, ਫਿਰ ਬੁੱਧ ਮੀਟਿੰਗ ਔਰ ਮੁਖਤਲਿਫ ਪ੍ਰੋਗਰਾਮਸ ਅਸੀਂ ਜਿਹੜੇ ਕਰ ਰਹੇ ਹਾਂ ਮੁਖਤਲਿਫ ਇਲਾਕਿਆਂ 'ਚ, ਸ਼ਹਿਰਾਂ 'ਚ, ਤੁਸੀਂ ਅਗਰ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਗੁੱਡ ਨਿਊਜ਼ ਦੇਣਾ ਚਾਹੁੰਦਾ ਕਿ ਜੀਸਸ ਕ੍ਰਾਈਸਟ ਤੁਹਾਡੇ ਨਾਲ ਨੇ ਔਰ ਹਮੇਸ਼ਾ ਤੁਹਾਡੇ ਨਾਲ ਨੇ, ਕਦੀ ਤੁਹਾਨੂੰ ਇਕੱਲਿਆਂ ਨਹੀਂ ਛੱਡਦੇ। ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਟੈਸਟਮਨੀਜ਼ ਨੇ, ਮੈਂ ਅਗਰ ਬਿਆਨ ਕਰਨ ਲੱਗ ਪਵਾਂ ਤਾਂ ਸ਼ਾਇਦ ਮੇਰੀ ਲਾਈਫ ਥੋੜ੍ਹੀ ਹੋ ਜਾਏ, ਜਿੰਨਾ ਜੀਸਸ ਨੇ 2016 ਤੋਂ 2023 ਤੱਕ ਅੱਜ ਦੇ ਦਿਨ ਤੱਕ ਮੇਰੀ ਲਾਈਫ 'ਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਕੀਤੀਆਂ, ਜ਼ਿੰਦਗੀ ਬਣਾਈ, ਜ਼ਿੰਦਗੀ ਨੂੰ ਖੂਬਸੂਰਤ ਬਣਾਇਆ, ਚੀਜ਼ਾਂ ਮੁਹੱਈਆ ਕੀਤੀਆਂ। ਸੋ ਅੱਜ ਮੈਂ ਤੁਹਾਡੇ ਸਾਰਿਆਂ ਅੱਗੇ ਹੰਬਲ ਰਿਕੁਐਸਟ ਕਰਨਾ, ਆਪਣੇ ਆਪ ਨੂੰ ਖੁਦਾ ਦੇ ਨਾਲ ਜੋੜ ਕੇ ਰੱਖੋ ਔਰ 26 M ਦੁਨੀਆਪੁਰ, ਮੈਲਸੀ, ਬਹਾਵਲਪੁਰ, ਲੋਧਰਾਂ ਦੇ ਕਰੀਬ ਮੈਂ ਤੁਹਾਨੂੰ ਦਾਵਤ ਦੇਣਾ। ਬੁੱਧ ਨੂੰ ਤੁਸੀਂ ਵੀ ਆਓ, ਆਪਣੇ ਨਾਲ ਦੂਸਰਿਆਂ ਨੂੰ ਵੀ ਲਿਆਓ। ਖੁਦਾਵੰਦ ਤੁਹਾਨੂੰ ਬਰਕਤ ਦੇ। ਗੋਡ ਬਲੈਸ ਯੂ। ਆਪਣਾ ਬਹੁਤ ਸਾਰਾ ਖਿਆਲ ਰੱਖਿਓ ਔਰ ਸੁਣਦੇ ਰਹੋ, ਵੇਖਦੇ ਰਹੋ ਜ਼ਿੰਦਗੀ ਦੀਆਂ ਗੱਲਾਂ ਔਰ ਹੈਮਨਸ ਟੀਵੀ। ਖੁਦਾਵੰਦ ਤੁਹਾਡੇ ਨਾਲ ਹੋਏ। ਆਮੀਨ।